ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪੜ੍ਹ ਰਹੇ ਹਾਂ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾ ਦਾ ਹਾਲ। ਦੁਖੀਏ ਮਾਂ ਪੁੱਤ ਦੀ ਕਹਾਣੀ ਵਿੱਚ ਮਹਾਰਾਣੀ ਜਿੰਦਾ ਦੀ ਡੈਥ ਹੋ ਚੁੱਕੀ ਹੈ। ਉਹਨਾਂ ਦੀ ਡੈਥ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਸਰਕਾਰ ਅੰਗਰੇਜ਼ੀ ਸਰਕਾਰ ਦੇ ਕੋਲੋਂ ਕਿਵੇਂ ਆਪਣੀਆਂ ਮੰਗਾਂ ਮਨਵਾਉਂਦੇ ਹਨ, ਉਹਨਾਂ ਨੂੰ ਕਿਸ ਤਰ੍ਹਾਂ ਕਹਿੰਦੇ ਹਨ, ਉਹ ਆਪਾਂ ਪੜ੍ਹਾਂਗੇ ਅੱਜ। ਮਹਾਰਾਜਾ ਦਲੀਪ ਸਿੰਘ ਦੀਆਂ ਮੰਗਾਂ ਸੇਵਾ ਵਿਖੇ ਐਡੀਟਰ ਟਾਈਮਜ਼ ਰਾਹੀਂ ਮੰਗਦੇ ਆ। ਮੈਂ ਆਪ ਦਾ ਧੰਨਵਾਦੀ ਹਾਂ ਕਿ ਆਪ ਨੇ ਮੇਰੀ 28 ਅਗਸਤ ਦੀ ਚਿੱਠੀ ਛਾਪਣ ਦੀ ਕਿਰਪਾ ਕੀਤੀ ਹੈ। ਉਸ ਦੇ ਉੱਤਰ ਜੋ ਆਪ ਨੇ 31 ਅਗਸਤ ਨੂੰ ਮੁੱਖ ਲੇਖ ਲੀਡਿੰਗ ਆਰਟੀਕਲ ਲਿਖਿਆ ਹੈ, ਉਸ ਵਿੱਚ ਸੱਚੀਆਂ ਘਟਨਾਵਾਂ ਬਾਰੇ ਕੁਝ ਭੁੱਲਾਂ ਰਹਿ ਗਈਆਂ ਹਨ ਜਿਨ੍ਹਾਂ ਨੂੰ ਮੇਰੇ ਬਿਨਾਂ ਹੋਰ ਕੋਈ ਠੀਕ ਨਹੀਂ ਕਰ ਸਕਦਾ। ਮੈਨੂੰ ਭਰੋਸਾ ਹੈ ਕਿ ਆਪ ਉਹਨਾਂ ਭੁੱਲਾਂ ਨੂੰ ਸੋਧਣ ਦੀ ਆਗਿਆ ਦਿਓਗੇ ਤੇ ਕੁਝ ਪੜਚੋਲ ਵੀ ਕਰੋਗੇ। ਆਪ ਕਹਿੰਦੇ ਹੋ ਜੋ ਕੁਝ ਵੀ ਹੁਣ ਤੱਕ ਸਰਕਾਰ ਹਿੰਦ ਕੋਲੋਂ ਹਾਸਲ ਕਰਨ ਵਿੱਚ ਸਫਲ ਹੋਇਆ ਹੈ ਉਹ ਪਾਰਲੀਮੈਂਟ ਦੇ ਪਿਛਲੇ ਪਾਸ ਕਾਨੂੰਨ ਅਨੁਸਾਰ ਹੈ, ਜਿਸ ਦੇ ਰਾਹੀਂ ਉਸਨੂੰ 20,000 ਰੁਪਏ ਸਾਲਾਨਾ ਵਧੇਰੇ ਮਿਲਣਗੇ। ਪਰ ਨਾਲ ਹੀ ਸ਼ਰਤ ਇਹ ਹੈ ਕਿ ਉਹਦੇ ਮਰਨ ਉੱਤੇ ਉਸਦਾ ਸਾਰਾ ਹਿਸਾਬ ਕਿਤਾਬ ਕਰਨ ਬਦਲੇ ਉਹਦੀ ਸਾਰੀ ਜਾਇਦਾਦ ਵੇਚ ਦਿੱਤੀ ਜਾਵੇਗੀ ਤੇ ਉਸਦੇ ਬੱਚਿਆਂ ਤੇ ਉਸਦੀ ਵਿਧਵਾ ਦਾ ਪਾਲਣ ਪ੍ਰਬੰਧ ਕੀਤਾ ਜਾਵੇਗਾ। ਮਹਾਰਾਜੇ ਦੀ ਬੇਨਤੀ ਤੋਂ ਪ੍ਰਗਟ ਹੁੰਦਾ ਹੈ ਕਿ ਉਹ ਪ੍ਰਬੰਧ ਤੋਂ ਮੂਲੋਂ ਉਲਟ ਹੈ। ਮੈਂ ਅਸਲ ਵਿੱਚ ਉੱਪਰ ਲਿਖੇ ਪ੍ਰਬੰਧ ਦੇ ਵਿਰੁੱਧ ਪ੍ਰਾਰਥਨਾ ਨਹੀਂ ਕਰਦਾ, ਸਗੋਂ ਮੇਰੇ ਖਿਆਲ ਵਿੱਚ ਬੇਇਨਸਾਫੀ ਇਹ ਹੈ ਕਿ ਮੈਨੂੰ ਆਪਣੇ ਜੀਵਨ ਵਿੱਚ ਉਹ ਕਰਜ਼ਾ ਅਦਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਜੋ ਉਸ ਨੂੰ ਕਾਨੂੰਨ ਰਾਹੀਂ ਮਿਥਿਆ ਗਿਆ, ਜਿਸ ਵਿੱਚੋਂ 1,60,000 ਰੁਪਏ ਮੈਨੂੰ ਅਗਾਊਂ ਦਿੱਤੇ ਗਏ ਹਨ। ਇਸ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰਕੇ ਵੀ ਆਪਣੀ ਔਲਾਦ ਵਾਸਤੇ ਉਹਦਾ ਅੰਗਰੇਜ਼ੀ ਘਰ ਕਾਇਮ ਰੱਖਣ ਤੋਂ ਮੈਨੂੰ ਰੋਕਿਆ ਗਿਆ ਹੈ। ਪਿਛਲੇ ਅਪ੍ਰੈਲ ਵਿੱਚ 3 ਲੱਖ ਰੁਪਏ ਦਾ ਚੈੱਕ ਮੂਲ ਰਕਮ ਸਣੇ 5 ਰੁਪਏ ਸੈਂਕੜਾ ਵਿਆਜ ਦੇ ਮੈਂ ਇੰਡੀਆ ਆਫਿਸ ਨੂੰ ਭੇਜਿਆ ਸੀ, ਜੋ ਮੈਨੂੰ ਮੋੜ ਦਿੱਤਾ ਗਿਆ। ਇਹ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਵੀ ਮੇਰੀ ਵਿਧਵਾ ਤੇ ਬੱਚਿਆਂ ਜੇ ਮੇਰੇ ਪਿੱਛੋਂ ਕੋਈ ਰਹਿਣ ਦੀ ਪਾਲਣਾ ਦਾ ਪ੍ਰਬੰਧ ਹੋਇਆ ਸੀ। ਜੋ ਹਵਾਲਾ ਆਪਣੇ ਅੰਗਰੇਜ਼ੀ ਕਮਿਸ਼ਨਰ ਨੂੰ ਲਿਖਤ ਵਿੱਚੋਂ ਮੇਰੇ ਛੇਤੀ ਨਾਲ ਅਹਿਮਦਨਾਮੇ ਦੇ ਸਹੀ ਪਾਉਣ ਦਾ ਦਿੱਤਾ ਹੈ, ਉਸ ਬਾਰੇ ਮੈਂ ਇੰਨਾ ਹੀ ਕਹਿਣਾ ਹੈ ਕਿ ਬੱਚਾ ਹੋਣ ਦੇ ਕਾਰਨ ਮੈਨੂੰ ਸਮਝ ਨਹੀਂ ਸੀ ਕਿ ਮੈਂ ਕਾਹਦੇ ਉੱਤੇ ਦਸਤਖਤ ਕਰ ਰਿਹਾ। ਆਪ ਹੋਰ ਲਿਖਦੇ ਹੋ ਮਹਾਰਾਜੇ ਦਾ ਉਜਰ ਕਿ ਉਹ ਨਾਬਾਲਗ ਸੀ, ਇਸ ਵਾਸਤੇ ਆਪਣੇ ਕੰਮਾਂ ਦਾ ਸੁਤੰਤਰ ਕਰਤਾ ਨਹੀਂ ਸੀ, ਸਗੋਂ ਉਸਦੇ ਆਪਣੇ ਆਪ ਉਲਟ ਹੋ ਜਾਂਦਾ ਹੈ। ਜਦੋਂ ਭਰੋਵਾਲ ਦੀ ਸੁਲਾਹ ਉੱਤੇ ਦਸਤਖਤ ਕੀਤੇ ਸਨ, ਇਸ ਨਾਲੋਂ 2 ਸਾਲ ਛੋਟਾ ਸੀ ਤੇ ਉਦੋਂ ਉਸ ਨਾਲੋਂ ਵੀ ਛੋਟਾ ਸੀ ਜਦੋਂ ਲਾਰਡ ਹਾਰਡਿੰਗ ਦੇ ਪ੍ਰਬੰਧ ਅਨੁਸਾਰ ਦੁਬਾਰਾ ਤਖ਼ਤ 'ਤੇ ਬਿਠਾਇਆ ਗਿਆ ਤੇ ਉਸ ਨੂੰ ਬਾਦਸ਼ਾਹੀ ਦਿੱਤੇ ਗਈ, ਜਿਸ ਨੂੰ ਉਹ ਹੁਣ ਵੀ ਮੰਨਦਾ ਹੈ। ਉਸ ਵੇਲੇ ਜੋ ਵੀ ਜ਼ਬਤ ਕੀਤਾ ਗਿਆ ਠੀਕ ਸੀ, ਸਾਨੂੰ ਇਸ ਗੱਲ ਦੀ ਵਧੇਰੇ ਪੜਚੋਲ ਕਰਨ ਦੀ ਲੋੜ ਨਹੀਂ। ਮਹਾਰਾਜਾ ਆਪ ਵੀ ਇਸ ਨੂੰ ਸੌਖਾ ਸਿੱਧ ਨਹੀਂ ਕਰ ਸਕੇਗਾ, ਪਰ ਭਾਵੇਂ ਇਹ ਮੇਰੇ ਮਾਮਲੇ ਨੂੰ ਹਾਨੀ ਪਹੁੰਚਾਵੇ ਭਾਵੇਂ ਨਾ ਪਹੁੰਚਾਵੇ, ਮੈਂ ਇਸ 'ਤੇ ਜ਼ੋਰ ਦਿੰਦਾ ਹਾਂ ਕਿ ਭਰੋਵਾਲ ਦੀ ਸੁਲਾਹ ਪਿੱਛੋਂ ਮੈਂ ਅੰਗਰੇਜ਼ ਕੌਮ ਦਾ ਰੱਖਿਆਧੀਨ ਹਾਂ। ਰੱਖਿਆ ਵਾਲਿਆਂ ਹੱਥੋਂ ਜੋ ਰੱਖਿਆ ਕਰਨ ਵਿੱਚ ਸਫਲ ਨਾ ਹੋਏ, ਮੇਰਾ ਰਾਜ ਖੋਇਆ ਜਾਣਾ ਬੇਇਨਸਾਫੀ ਹੈ। ਲਾਰਡ ਹਾਰਡਿੰਗ ਦੇ ਆਪਣੇ ਲਫ਼ਜ਼ ਸਨ। ਰਾਜਸੀ ਮਾਮਲਿਆਂ ਦੇ ਵਿਚਾਰਾਂ ਨਾਲ ਨਾਲ ਗਵਰਨਰ ਜਨਰਲ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਜ਼ਿੰਮੇਵਾਰੀਆਂ ਨੂੰ ਸਾਹਮਣੇ ਰੱਖ ਕੇ ਕੰਮ ਕਰੇ ਜੋ ਸਰਕਾਰ ਅੰਗਰੇਜ਼ੀ ਨੇ ਉਦੋਂ ਆਪਣੇ ਸਿਰ ਲਈਆਂ ਸਨ, ਜਦੋਂ ਉਸਨੇ ਸ਼ਹਿਜ਼ਾਦੇ ਦੀ ਬਾਲ ਉਮਰ ਵਿੱਚ ਉਸਦੇ ਰਖਵਾਲੇ ਹੋਣਾ ਪ੍ਰਵਾਨ ਕੀਤਾ ਸੀ। ਤੁਸੀਂ ਕਹੋਗੇ ਮਹਾਰਾਜਾ ਇਤਰਾਜ਼ ਕਰਦਾ ਹੈ ਕਿ ਉਸਦੀ ਜਾਤੀ ਤੇ ਘਰੋਗੀ ਜਾਇਦਾਦ ਖੋਹ ਲਈ ਗਈ ਹੈ। ਸਣੇ ਜ਼ਮੀਨਾਂ ਦੇ ਮਾਮਲੇ ਸਿਵਾਏ ਕੁਛ ਨਾਮ ਮਾਤਰ ਰਕਮ ਦੇ ਜੋ ਸ਼ਰਤਾਂ ਮਹਾਰਾਜੇ ਨੇ ਪ੍ਰਵਾਨ ਕੀਤੀਆਂ, ਉਹਨਾਂ ਵਿੱਚੋਂ ਨਿੱਜੀ ਜਾਇਦਾਦ ਦਾ ਕਿਤੇ ਜ਼ਿਕਰ ਨਹੀਂ। 1845 ਵਿੱਚ ਲਾਰਡ ਡਲਹੌਜ਼ੀ ਨੇ ਆਪਣੇ ਬਿਆਨ ਵਿੱਚ ਲਿਖਿਆ ਕਿ ਜਦੋਂ ਪੰਜਾਬ ਜ਼ਬਤ ਕੀਤਾ ਗਿਆ ਉਦੋਂ ਉਸ ਦੇ ਕਬਜ਼ੇ ਵਿੱਚ ਨਾ ਕੋਈ ਇਲਾਕਾ ਸੀ, ਨਾ ਜ਼ਮੀਨਾਂ, ਨਾ ਕੋਈ ਜਾਇਦਾਦ ਜਿਸ ਦਾ ਉਹ ਮਾਲਕ ਬਣਿਆ ਰਹਿੰਦਾ ਹੈ। ਮੇਰਾ ਉੱਤਰ ਸੀ ਰਾਜ ਖੋਏ ਜਾਣ ਵੇਲੇ ਮੈਂ ਇਲਾਕੇ, ਜ਼ਮੀਨਾਂ, ਜਾਤੀ, ਜਾਇਦਾਦ ਦਾ ਮਾਲਕ ਸੀ। ਇਹ ਸਭ ਕੁਝ ਮੇਰੇ ਕਬਜ਼ੇ ਵਿੱਚ ਸੀ। ਇਹ ਚੀਜ਼ਾਂ ਸੁਲਾਹ ਅਨੁਸਾਰ ਸਰਕਾਰ ਅੰਗਰੇਜ਼ੀ ਕੋਲ ਅਮਾਨਤ ਲਈ ਰੱਖੀਆਂ ਸਨ, ਉਹਨਾਂ ਦਾ ਪ੍ਰਬੰਧ ਸਰਕਾਰ ਕਰਦੀ ਸੀ। ਇਹ ਇੱਕ ਇਤਿਹਾਸਕ ਗੱਲ ਹੈ ਤੇ ਆਮ ਜਨਤਾ ਦੇ ਧਿਆਨ ਵਿੱਚ ਆ ਚੁੱਕੀ ਹੈ ਕਿ ਘਰੋਗੀ ਜਗੀਰਾਂ ਮੈਨੂੰ ਵਿਰਸੇ ਵਿੱਚ ਮਿਲੀਆਂ ਤੇ ਮੈਂ ਉਹਨਾਂ ਦਾ ਮਾਲਕ ਬਣਿਆ ਰਿਹਾ। ਬਹੁਤਾ ਕੀ ਕਹਾਂ, ਇਹ ਜਗੀਰਾਂ ਮੇਰੇ ਖਾਨਦਾਨ ਦੀਆਂ ਸਨ ਤੇ ਇਹਨਾਂ ਵਿੱਚੋਂ ਇੱਕ ਮੇਰੇ ਪਿਤਾ ਜੀ ਨੂੰ ਬਾਦਸ਼ਾਹ ਬਣਨ ਤੋਂ ਪਹਿਲਾਂ ਵਿਆਹ ਸਮੇਂ ਦਾਜ ਵਿੱਚ ਵੀ ਮਿਲੀ ਸੀ। ਲਾਰਡ ਡਲਹੌਜ਼ੀ ਦਾ ਬਿਆਨ ਇਉਂ ਹੈ ਕਿ ਜਿਵੇਂ ਕੋਈ ਅੰਨਾ ਸੂਰਜ ਦੀ ਹੋਂਦ ਤੇ ਇਨਕਾਰ ਕਰੇ ਜਿਹੜਾ ਅੱਖੀਆਂ ਹੁੰਦਿਆਂ ਨਾ ਵੇਖੇ, ਉਹਦੇ ਨਾਲੋਂ ਵੱਡਾ ਅੰਨਾ ਕੌਣ ਹੈ। ਤੇ ਹੁਣ ਮੇਰੀ ਬਨਾਉਟੀ ਫਜ਼ੂਲ ਖਰਚੀ ਬਾਰੇ ਇਸ ਦੇ ਕਾਰਨ ਇਹ ਹਨ। ਮੇਰੇ ਗੁਜ਼ਾਰੇ ਵਾਸਤੇ 2.5 ਲੱਖ ਰੁਪਏ ਨਿਯਤ ਕੀਤੇ, ਇਸ ਪਿੱਛੋਂ ਹੇਠ ਲਿਖੀ ਕਾਟ ਕੀਤੀ ਗਈ ਹੈ। 5 ਲੱਖ ਰੁਪਏ ਵਿਆਜ ਜੋ ਸਰਕਾਰ ਹਿੰਦ ਲੈਂਦੀ ਹੈ। ਅਟੇ ਸਟੇ 30,000 ਰੁਪਏ ਜ਼ਿੰਦਗੀ ਬੀਮੇ ਦੀ ਕਿਸ਼ਤ ਵਜੋਂ ਜੋ ਮੇਰੀ ਔਲਾਦ ਤੇ ਹੱਕਦਾਰਾਂ ਦੇ ਥੋੜ੍ਹੇ ਗੁਜ਼ਾਰੇ ਵਿੱਚ ਵਾਧਾ ਕਰਨ ਵਾਸਤੇ ਸਰਕਾਰ ਅੰਗਰੇਜ਼ੀ ਨੇ ਉਦਮ ਕੀਤਾ ਤੇ ਕੁਛ ਸਾਹੂਕਾਰਾਂ ਦੇ ਕਰਜ਼ੇ ਦੀ ਜ਼ਮਾਨਤ ਵਜੋਂ 10,000 ਰੁਪਏ 2 ਪੈਨਸ਼ਨਾਂ, ਹਰ ਇੱਕ 5,000 ਸਾਲਾਨਾ ਦੀ ਵਾਸਤੇ ਜੋ ਮੇਰੇ ਪ੍ਰਬੰਧਕਾਂ ਦੀਆਂ ਵਿਧਵਾਵਾਂ ਵਾਸਤੇ ਹਨ। ਇਹ ਉਹ ਪ੍ਰਬੰਧਕ ਜੋ ਪੰਜਾਬ ਜ਼ਬਤ ਕਰਨ ਪਿੱਛੋਂ ਲਾਰਡ ਡਲਹੌਜ਼ੀ ਨੇ ਮੇਰੀ ਸੰਭਾਲ ਵਾਸਤੇ ਨਿਯਤ ਕੀਤਾ
ਤੇ ਇੱਕ ਮੇਰਾ ਮਿਹਰਬਾਨ ਦੋਸਤ ਜਿਸ ਨੇ ਮੇਰੇ ਰਹਿਣ ਸਹਿਣ ਦੀ ਸੰਭਾਲ ਕੀਤੀ। ਇਸ ਤੋਂ ਅੱਡ 3000 ਰੁਪਏ ਮੈਨੂੰ ਹਿੰਦੁਸਤਾਨ ਵਿੱਚ ਰਹਿਣ ਵਾਲੇ ਪੁਰਾਣੇ ਨੌਕਰਾਂ ਨੂੰ ਦੇਣੇ ਪੈਂਦੇ ਹਨ। ਪ੍ਰਿੰਸ ਆਫ ਵੇਲਸ ਦਾ ਮੇਲ ਮਿਲਾਪ ਮੇਰੀ ਆਪਣੀ ਪਦਵੀ ਦੇ ਬੰਦਿਆਂ ਨਾਲ ਵਰਤੋਂ ਵਿਹਾਰ ਮਹਾਰਾਣੀ ਦੀ ਬਖਸ਼ੀ ਹੋਈ ਪਦਵੀ ਅਨੁਸਾਰ, ਕਿਉਂਕਿ ਮੈਂ ਇਹੀ ਸਲਾਹ ਦਿੱਤੀ ਕਿ ਮੈਂ ਇਸ ਨੂੰ ਜ਼ਰੂਰੀ ਵੀ ਸਮਝਦਾ ਹਾਂ। ਇਹ ਜਗੀਰ ਦੇ ਪੁਰਾਣੇ ਘਰ ਨੂੰ ਬਦਲਣ ਤੇ ਬਣਾਉਣ ਵਾਸਤੇ ਮੈਨੂੰ 2 ਲੱਖ ਰੁਪਏ ਤੇ 20,000 ਰੁਪਏ ਖਰਚਣੇ ਪਏ। 80,000 ਦਾ ਸਜਾਵਟ ਦਾ ਸਮਾਨ ਰੱਖਿਆ ਗਿਆ। ਉੱਪਰ ਦੱਸੀਆਂ 2 ਵਿਧਵਾ ਦੇਵੀਆਂ ਵਾਸਤੇ ਜੋ ਮੇਰੇ ਪਿੱਛੋਂ ਜਿਉਂਦੀਆਂ ਰਹਿਣ ਸਾਲਾਨਾ ਬੀਮਾ 30,000 ਰੁਪਏ ਬਦਲੇ ਖਰੀਦ ਲਿਆ। ਇਸ ਜਗੀਰ ਦਾ ਮੁੱਲ 80,000 ਰੁਪਏ ਮੈਂ ਸ਼ਾਹੂਕਾਰਾਂ ਤੋਂ ਕਰਜ਼ ਲਏ, ਕਿਉਂਕਿ ਜੋ ਰਕਮ ਸਰਕਾਰ ਹਿੰਦ ਨੇ ਮੈਨੂੰ ਕਰਜ਼ ਦਿੱਤੀ ਸੀ ਉਹ ਮੁੱਲ ਨਾਲੋਂ ਘੱਟ ਸੀ। ਇਸ ਤਰ੍ਹਾਂ ਮੇਰਾ ਕਰਜ਼ਾ ਅੜਸਟੇ 4,40,000 ਰੁਪਏ ਹੈ, ਜਿਸ ਵਿੱਚੋਂ 3 ਲੱਖ ਬੀਮੇ ਦਾ ਵਸੂਲ ਹੋਵੇਗਾ ਤੇ 80,000 ਕੁਛ ਗਹਿਣੇ ਰੱਖ ਕੇ ਬਾਕੀ ਮੇਰੀ ਜਾਇਦਾਦ ਤੋਂ ਮਿਲੇਗਾ। ਇਸ ਵਾਸਤੇ ਮੇਰੀ ਜਗੀਰ ਕਰਜ਼ ਦੇ ਭਾਰ ਥੱਲੇ ਦੱਬੀ ਹੁੰਦਿਆਂ ਹੋਇਆਂ ਮੈਂ ਹੁਣੇ ਮਰ ਜਾਵਾਂ ਤਾਂ ਮੇਰੀ ਔਲਾਦ 3 ਲੱਖ ਤੋਂ ਵਧੇਰੇ ਮੁੱਲ ਦੇ ਸਮਾਨ ਤੇ 7 ਲੱਖ ਦੇ ਬੀਮੇ ਦਾ ਮਾਲਕ ਵੀ ਹੋ ਸਕਦੀ ਹੈ। ਮੈਨੂੰ ਆਸ ਹੈ ਕਿ ਐਲਵੇਡਨ ਦੇ ਜ਼ਿਮੀਂਦਾਰ ਨੂੰ ਫਜ਼ੂਲ ਖਰਚਣ ਸਮਝਣ ਤੋਂ ਆਪ ਬਰੀ ਕਰੋਗੇ। ਜਦੋਂ ਜ਼ਮੀਨ ਦੀ ਪੈਦਾਵਾਰ ਵਿੱਚ ਕੁਝ ਘਾਟਾ ਹੋਇਆ ਤਾਂ ਮੈਂ ਹੋਮ ਗੌਰਮੈਂਟ ਕੋਲ ਬੇਨਤੀ ਕੀਤੀ ਕਿ ਮੈਨੂੰ ਆਪਣੀ ਪਦਵੀ ਤੇ ਸ਼ਾਨ ਨੂੰ ਬਹਾਲ ਰੱਖਣ ਵਾਸਤੇ ਕੁਛ ਹੋਰ ਗੁਜ਼ਾਰਾ ਦਿੱਤਾ ਜਾਵੇ। ਗੌਰਮੈਂਟ ਨੇ ਬੜੀ ਕਿਰਪਾਲਤਾ ਨਾਲ ਮੇਰੇ ਸਭ ਹਿਸਾਬ ਦੀ ਪੜਤਾਲ ਕਰਕੇ 1 ਲੱਖ ਰੁਪਏ ਦਿੱਤੇ, ਪਰ ਮੈਨੂੰ ਫਜ਼ੂਲ ਖਰਚ ਨਹੀਂ ਗਿਆ। ਥੋੜ੍ਹਾ ਚਿਰ ਪਿੱਛੋਂ ਮੇਰੀ ਹਾਲਤ ਉੱਤੇ ਵਿਚਾਰ ਕਰਕੇ 60-70,000 ਰੁਪਏ ਮੈਨੂੰ ਹੋਰ ਅਗਾਊਂ ਦਿੱਤੇ ਤਾਂ ਕਿ ਮੈਂ ਬਿੱਲ ਉਤਾਰ ਸਕਾਂ, ਕਿਉਂਕਿ ਉਦੋਂ ਮੈਂ ਘਰ ਦੇ ਖਰਚ ਘਟਾਉਣ ਦਾ ਪ੍ਰਬੰਧ ਨਹੀਂ ਕਰ ਸਕਿਆ। ਉੱਪਰਲੇ ਕਰਜ਼ੇ ਵਿੱਚੋਂ 1 ਲੱਖ ਰੁਪਏ ਦੇ ਲਗਭਗ ਮੈਨੂੰ ਜੀਵਨ ਨਿਰਬਾਹ ਤੇ ਜਗੀਰ ਪ੍ਰਬੰਧ ਵਾਸਤੇ ਮਿਲੇ ਸਨ, ਜੋ ਜਰਾ ਕੁ ਕੁਝ ਮੰਗਣ ਤੇ ਮੈਂ ਹਾਜ਼ਰ ਕਰ ਦਿੰਦਾ ਸੀ। ਸੋ ਇਹ ਫਜ਼ੂਲ ਖਰਚੀ ਮੇਰੇ ਐਲਵੇਡਨ ਵਿੱਚ ਵਸਣ ਤੇ ਉਹ ਅਖੌਤੀ ਰਕਮ 1,20,000 ਰੁਪਏ ਦੀ ਘੱਟ ਕਰ ਦਿੱਤੀ ਗਈ ਹੈ। ਇਹ ਕਰਜ਼ ਦੀ ਵਿਚਾਰ ਗੋਚਰਾ ਸਾਰੀ ਰਕਮ ਅਦਾ ਕਰਨੀ ਮੇਰੀ ਹੈਸੀਅਤ ਵਧੇਰੇ ਹੈ, ਸੋ ਬਾਕੀ 60,000 ਮੇਰੀ ਮੌਤ ਤੱਕ ਰਹਿਣਗੇ। ਸੋ ਐਡੀਟਰ ਸਾਹਿਬ, ਜਿਹੜੀਆਂ ਉੱਡੀਆਂ ਉਡਾਈਆਂ ਗੱਲਾਂ ਦੇ ਆਧਾਰ 'ਤੇ ਤੁਸੀਂ ਆਪਣੇ ਪ੍ਰਸਿੱਧ ਅਖਬਾਰ ਵਿੱਚ ਫਜ਼ੂਲ ਖਰਚ ਲਿਖਿਆ ਹੈ, ਜੇ ਇਨਸਾਫ ਨਾਲ ਤੱਕੋ ਤਾਂ ਉਹ ਮੇਰੇ ਉਸੇ ਤਰ੍ਹਾਂ ਹੀ ਝੂਠਾ ਸਿੱਧ ਹੁੰਦਾ ਹੈ। ਆਪ ਨੇ ਵੀਰਵਾਰ 31 ਅਗਸਤ ਨੂੰ ਮੁੱਖ ਲੇਖ ਪਹਿਲੇ ਪੈਰੇ ਵਿੱਚ ਕਿਹਾ ਕਿ ਮਹਾਰਾਜੇ ਦੀ ਮੰਗ ਜੋ ਉਸਨੇ ਜਨਤਾ ਸਾਹਮਣੇ ਪ੍ਰਗਟ ਕੀਤੀ ਹੈ, ਹਿੰਦੁਸਤਾਨ ਤੇ ਦੇਸ਼ ਦੀਆਂ ਹਕੂਮਤਾਂ ਨੇ ਚੰਗੀ ਤਰ੍ਹਾਂ ਸੋਚ ਕੇ ਵਿਚਾਰ ਕੇ ਠੁਕਰਾਈ ਹੈ। ਠੀਕ ਹੈ, ਅਸਲੀ ਦਾਅਵੇਦਾਰ ਦੀ ਸੁਣੇ ਬਿਨਾਂ ਉਸ ਦੀ ਮੰਗ ਨੂੰ ਠੁਕਰਾ ਦੇਣਾ ਬੜਾ ਸੌਖਾ ਹੈ। ਅੰਗਰੇਜ਼ ਕਾਨੂੰਨੀ ਅਪਰਾਧੀ ਨੂੰ ਸਮਾਂ ਦਿੰਦਾ ਹੈ ਉਹ ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰੇ, ਪਰ ਮੇਰੀ ਸੁਣੇ ਬਿਨਾਂ ਹੀ ਮੈਨੂੰ ਸਜ਼ਾਵਾਰ ਸਮਝਿਆ ਗਿਆ ਹੈ। ਕੀ ਇਹ ਇਨਸਾਫ ਹੈ? ਆਪ ਦਾ ਸਦਾ ਅਹਿਸਾਨਮੰਦ ਦਲੀਪ ਸਿੰਘ ਟਾਈਮਸ ਵਿੱਚ ਛਪੀਆਂ ਮਹਾਰਾਜੇ ਦੀਆਂ ਚਿੱਠੀਆਂ ਤੇ ਉਹਨਾਂ ਦੇ ਉੱਤਰ ਵਿੱਚ ਲਿਖੇ ਐਡੀਟਰ ਦੇ ਲੇਖ ਉੱਤੇ ਇੱਕ ਨੇਕ ਦਿਲ ਅੰਗਰੇਜ਼ ਦੀ ਰਾਏ ਲਿਖਦਾ ਹੈ। ਇਵਾਨਸ ਬੈਲ ਉਹ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਪੰਜਾਬ ਦੇ ਜ਼ਬਤ ਕਰ ਲੈਣ ਪਿੱਛੋਂ ਵੀ ਸਰਕਾਰ ਅੰਗਰੇਜ਼ੀ ਮਹਾਰਾਜੇ ਦੀ ਸਰਪ੍ਰਸਤ ਬਣੀ ਰਹੀ ਤੇ ਉਸਦੇ ਬਾਲਗ ਹੋਣ ਤੱਕ ਪਹਿਲਾਂ ਵਾਂਗ ਦੀਆਂ 16 ਸ਼ਰਤਾਂ ਦੀ ਵਿਆਖਿਆ ਕਰਨ ਤੇ ਚੌਥੀ ਸ਼ਰਤ ਅਨੁਸਾਰ ਪੈਨਸ਼ਨ ਦਾ ਕੰਮ ਨਿਭਾਉਂਦੀ ਰਹੀ। ਇਹ ਮੰਨਦੇ ਹੋਏ ਕਿ ਇਸ ਹੱਕ ਦੀ ਮੰਗ ਕਰਨੀ ਵਾਜਬ ਹੈ, ਤਿਆਗਣਾ ਧਰਮ ਦੇ ਵਿਰੁੱਧ ਹੈ, ਸਗੋਂ ਇਸ ਪਵਿੱਤਰ ਜ਼ਿੰਮੇਵਾਰੀ ਨੂੰ ਬੜੀ ਸ਼ਰਧਾ ਨਾਲ ਨਿਭਾਉਣਾ ਚਾਹੀਦਾ ਹੈ। ਤੇ ਦੂਜੀ ਧਿਰ ਮਹਾਰਾਜਾ ਦਲੀਪ ਸਿੰਘ, ਜਿਸ ਨੇ ਅਹਿਮਦਨਾਮੇ 'ਤੇ ਦਸਤਖਤ ਕੀਤੇ ਸਨ, ਦੀ ਵਾਜਬ ਪੁੱਛਗਿੱਛ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ। ਮਹਾਰਾਜੇ ਨੂੰ ਹੱਕ ਹਾਸਲ ਹੈ ਕਿ ਉਸਦਾ ਫਰਜ਼ ਵੀ ਹੈ ਕਿ 1849 ਦੇ ਅਹਿਮਦਨਾਮੇ ਦੀਆਂ ਸ਼ਰਤਾਂ ਅਨੁਸਾਰ ਉਹ ਆਪਣੇ ਲਾਭ ਤੇ ਆਪਣੀ ਔਲਾਦ ਦੇ ਹੱਕਦਾਰਾਂ ਜਿਨ੍ਹਾਂ ਵੱਲੋਂ ਉਹਨੇ ਦਸਤਖਤ ਕੀਤੇ ਗਏ ਦੇ ਲਾਭ ਲਈ ਲੜ ਵੀ ਸਕਦਾ ਹੈ। ਕੋਈ ਤੀਸਰੀ ਤਾਕਤ 1849 ਦੇ ਅਹਿਮਦਨਾਮੇ ਦੀਆਂ ਸ਼ਰਤਾਂ ਬਾਰੇ ਦੋਹਾਂ ਧਿਰਾਂ ਵਿੱਚ ਦਖਲ ਨਹੀਂ ਦੇ ਸਕਦੀ, ਕਿਉਂਕਿ ਮਹਾਰਾਜਾ ਇੱਕ ਕਮਜ਼ੋਰ ਧਿਰ ਸੀ ਤੇ ਹੈ, ਉਹ ਕਿਸੇ ਬਾਹਰਲੀ ਤਾਕਤ ਕੋਲੋਂ ਅਪੀਲ ਨਹੀਂ ਕਰ ਸਕਦਾ। ਸਰਕਾਰ ਬਰਤਾਨੀਆ ਨੇ ਧਰਮ ਦੇ ਨਿਆਂ ਦੇ ਤੌਰ 'ਤੇ ਚਾਹੀਦਾ ਕਿ ਉਹਨਾਂ ਸ਼ਰਤਾਂ ਨੂੰ ਬੜੇ ਧਿਆਨ ਨਾਲ ਸਹੀ ਅਰਥਾਂ ਵਿੱਚ ਵਿਚਾਰੇ ਤੇ ਪੂਰਾ ਵੀ ਕਰੇ। ਸਰਬ ਕੌਮੀ ਤੇ ਲੋਕ ਰਾਏ ਦਾ ਮੰਨਿਆ ਪਰਮੰਨਿਆ ਸਿਧਾਂਤ ਝਗੜੇ ਵਾਲੀ ਗੱਲ 'ਤੇ ਵਿਚਾਰ ਕਰਦਿਆਂ ਹੋਇਆ ਕਮਜ਼ੋਰ ਧਿਰ ਦੇ ਹੱਕ ਵਿੱਚ ਵਧੇਰੇ ਕਹਿਣਾ ਚਾਹੀਏ ਤੇ ਕੁਛ ਕੇਵਲ ਰਹਿਮ ਦੀ ਖੁੱਲ੍ਹ ਦਿਲੀ ਕਾਰਨ ਹੀ ਨਹੀਂ ਕਰਨਾ ਚਾਹੀਦਾ, ਸਗੋਂ ਇਸ ਵਾਸਤੇ ਬਲਵਾਨ ਧਿਰ ਨੇ ਮਾੜੀ ਧਿਰ ਉੱਤੇ ਜ਼ਰੂਰੀ ਕਰੜਾਂ ਤੇ ਮਾਰੂ ਸ਼ਰਤਾਂ ਲਾਈਆਂ ਹੋਣਗੀਆਂ ਜੋ ਵੀ ਉਸ ਸਮਝ ਅਨੁਸਾਰ ਲੱਗੀਆਂ। ਪਿੱਛੋਂ ਬਲਵਾਨ ਧੜੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ ਕਿ ਉਹ ਉਹਨਾਂ ਬੰਦਸ਼ਾਂ ਨੂੰ ਵਧਾਵੇ ਤੇ ਸ਼ਰਤਾਂ ਨੂੰ ਰਿਆਇਤ ਮਾੜੀ ਧਿਰ ਨੂੰ ਮਿਲ ਸਕਦੀ ਹੈ ਉਸ ਨੂੰ ਘੱਟ ਕਰੇ। ਇਹ ਫਰਜ਼ ਨਹੀਂ ਕੀਤਾ ਜਾਣਾ ਚਾਹੀਦਾ। 4 ਲੱਖ ਪੈਨਸ਼ਨ ਦੀ ਠੀਕ ਵੰਡ ਉੱਤੇ ਇਤਰਾਜ਼ ਹੁੰਦਾ ਹੈ। ਵਰਤਮਾਨ ਲਿਖਾਰੀ ਦੇ ਸਾਹਮਣੇ ਇਤਿਹਾਸ ਨਹੀਂ ਹੈ। ਇਸ ਕੰਮ ਵਾਸਤੇ ਕਿਸੇ ਹਿਸਾਬ ਦੇ ਪੱਕੇ ਜਾਣੂ ਦੀ ਲੋੜ ਹੈ ਜੋ ਫੈਸਲਾ ਕਰੇ ਮਹਾਰਾਜਾ ਦਲੀਪ ਸਿੰਘ ਦੀ ਸਾਲਾਨਾ ਗੁਜ਼ਾਰਾ ਜਾਂ ਕੁਛ ਹੋਰ ਅਚੇਰਾ ਆਪਣੇ ਵਾਸਤੇ, ਆਪਣੇ ਸੰਬੰਧੀਆਂ ਤੇ ਰਾਜ ਦੇ ਨੌਕਰਾਂ ਵਾਸਤੇ। ਜੋ ਚੌਥੀ ਸ਼ਰਤ ਵਿੱਚ ਵੱਧ ਤੋਂ ਵੱਧ 5 ਲੱਖ ਤੇ ਘੱਟ ਤੋਂ ਘੱਟ 4 ਲੱਖ ਨਿਯਤ ਕੀਤਾ ਗਿਆ, ਮਿਲਿਆ ਵੀ ਹੈ ਜਾਂ ਨਹੀਂ, ਇਸ ਗੱਲ ਬਾਰੇ ਸਰ ਜੋਹਨ ਕੇ ਨਾਲੋਂ ਵਧੇਰੇ ਕੋਈ ਨਹੀਂ ਜਾਣਦਾ। ਪਰ ਇੰਡੀਆ ਆਫਿਸ ਵਿੱਚ ਨੌਕਰ ਹੋਣ ਦੇ ਕਾਰਨ ਉਸਦੀ ਬੋਲੀ ਤੇ ਲਿਖਤ
ਕੁਛ ਬੰਦਸ਼ਾਂ ਥੱਲੇ ਠੀਕ ਕੀਤੀ ਹੋਵੇਗੀ। ਉਹ ਲਿਖਦਾ ਹੈ ਕਿ ਸਰਕਾਰ ਬਰਤਾਨੀਆ ਨੇ ਬਾਲਕ ਸ਼ਹਿਜ਼ਾਦੇ ਤੇ ਉਹਦੇ ਘਰਾਣੇ ਨੂੰ 4-5 ਲੱਖ ਦੇਣਾ ਮੰਨਿਆ। ਤੇ ਇੱਕ ਲਿਖਤ ਵਿੱਚ ਦੱਸਦਾ ਕਿ ਇਸ ਲਿਖਤ ਵਿੱਚ ਜ਼ਰਾ ਪਰ ਵੀ ਸ਼ੱਕ ਨਹੀਂ ਕਿ ਸਰਕਾਰ ਬਰਤਾਨੀਆ ਨੇ ਘੱਟੋ ਘੱਟ 4 ਤੇ ਵੱਧ ਤੋਂ ਵੱਧ 5 ਲੱਖ ਰੁਪਏ ਮਹਾਰਾਜੇ ਨੂੰ ਦੇਣ ਦਾ ਇਕਰਾਰ ਕੀਤਾ ਹੈ। ਟਾਈਮਜ਼ ਦੇ ਮੁੱਖ ਲੇਖ ਦਾ ਕਰਤਾ ਮਹਾਰਾਜੇ ਦੀ ਜਾਤੀ ਤੇ ਘਰੋਗੀ ਜਾਇਦਾਦ ਦਾ ਸਵਾਲ ਵੀ ਪੈਦਾ ਕਰਦਾ ਹੈ। ਉਹ ਲਿਖਦਾ ਹੈ ਕਿ ਸੁਲ੍ਹਾ ਦੀਆਂ ਉਹਨਾਂ ਸ਼ਰਤਾਂ ਜੋ ਮਹਾਰਾਜੇ ਨੇ ਪ੍ਰਵਾਨ ਕੀਤੀਆਂ ਜਾਤੀ ਜਾਇਦਾਦ ਦਾ ਜ਼ਿਕਰ ਤੱਕ ਨਹੀਂ। ਅਸਲ ਵਿੱਚ ਰਾਜਸੀ ਜਾਇਦਾਦ ਦਾ ਜ਼ਿਕਰ ਹੈ, ਉਹ ਜ਼ਬਤ ਕਰ ਲਈ ਗਈ। ਕੋਹਿਨੂਰ ਦਾ ਜ਼ਿਕਰ ਹੈ, ਉਹ ਲੈ ਲਿਆ ਗਿਆ। ਨਿੱਜੀ ਤੇ ਘਰੋਗੀ ਜਾਇਦਾਦ ਜ਼ਬਤ ਕਰਨ ਦਾ ਖਿਆਲ ਹੁੰਦਾ ਤਾਂ ਸੁਲ੍ਹਾ ਦੀਆਂ ਸ਼ਰਤਾਂ ਵਿੱਚ ਉਸਦਾ ਜ਼ਿਕਰ ਵੀ ਹੁੰਦਾ, ਪਰ ਉੱਥੇ ਨਿੱਜੀ ਜਾਇਦਾਦ ਦਾ ਕੋਈ ਜ਼ਿਕਰ ਹੀ ਨਹੀਂ। ਪਬਲਿਕ ਰਿਕਾਰਡ ਦੀ ਪੜਤਾਲ ਕਰਦਿਆਂ ਬਿਨਾਂ ਉਸ ਅਸਲੀ ਤੇ ਘਰੋਗੀ ਜਾਇਦਾਦ ਦਾ ਵੇਰਵਾ ਜੋ ਮਹਾਰਾਜੇ ਨੂੰ ਵਿਰਾਸਤ ਵਿੱਚ ਮਿਲੀ ਸੀ, ਸੁਲ੍ਹਾ ਪ੍ਰਵਾਨ ਕਰਨ ਵੇਲੇ ਉਸਦੇ ਰਖਵਾਲਿਆਂ ਦੇ ਕਬਜ਼ੇ ਵਿੱਚ ਗਈ ਸੀ। ਪੰਜਾਬ ਦੇ ਜ਼ਬਤ ਹੋਣ ਪਿੱਛੋਂ ਉਸਦੇ ਬਰਬਾਦ ਹੋ ਜਾਣ ਦਾ ਪਤਾ ਨਹੀਂ ਮਿਲਦਾ। ਮਹਾਰਾਜਾ ਦਲੀਪ ਸਿੰਘ ਆਪਣੀਆਂ ਉਹਨਾਂ ਚਿੱਠੀਆਂ ਵਿੱਚ ਜੋ ਉਸਨੇ ਟਾਈਮਜ਼ ਅਖਬਾਰ ਨੂੰ ਲਿਖੀਆਂ ਤੇ ਲਿਖਦਾ ਹੈ ਕਿ ਸੁਲ੍ਹਾ ਦੀਆਂ ਸ਼ਰਤਾਂ ਅਨੁਸਾਰ ਉਸਦੀ ਨਿੱਜੀ ਜਾਇਦਾਦ ਜ਼ਬਤ ਨਹੀਂ ਕੀਤੀ ਗਈ ਸੀ, ਪਰ ਉਹਨੂੰ ਉਹਨਾਂ ਜਗੀਰਾਂ ਦਾ ਮਾਮਲਾ ਲੈਣ ਤੋਂ ਵਰਜ ਦਿੱਤਾ ਗਿਆ ਸੀ ਜੋ ਉਸਨੂੰ ਵਿਰਸੇ ਵਿੱਚ ਮਿਲੀਆਂ ਸਨ। ਉਸਦੇ ਸਰਗਵਾਸੀ ਪਿਤਾ ਦੇ ਬਾਦਸ਼ਾਹ ਬਣਨ ਤੋਂ ਪਹਿਲਾਂ ਉਸਦੇ ਖਾਨਦਾਨ ਦੇ ਕਬਜ਼ੇ ਵਿੱਚ ਸਨ। ਉਹ ਹੋਰ ਵੀ ਲਿਖਦਾ ਹੈ ਕਿ 1849 ਦੀ ਸੁਲ੍ਹਾ ਅਨੁਸਾਰ ਉਹਦੀ ਨਿੱਜੀ ਜਾਇਦਾਦ ਜੋ ਉਸਨੂੰ ਵਿਰਸੇ ਵਿੱਚ ਮਿਲੀ ਸੀ, ਸਰਕਾਰ ਬਰਤਾਨੀਆ ਦੀ ਸਰਪ੍ਰਸਤੀ ਅੰਦਰ ਕਬਜ਼ੇ ਵਿੱਚ ਸੀ, ਜ਼ਬਤ ਨਹੀਂ ਕੀਤੀ ਗਈ। ਪਰ ਉਹਦੇ ਜਵਾਹਰਾਤ ਥਾਲ ਜਿਨ੍ਹਾਂ ਦੀ ਕੀਮਤ 25 ਲੱਖ ਰੁਪਏ ਸੀ, ਲਾਹੌਰ ਕਿਲੇ ਵਿੱਚ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆਏ ਤੇ ਅੰਗਰੇਜ਼ੀ ਫੌਜਾਂ ਵਿੱਚ ਇਨਾਮ ਵਜੋਂ ਵੰਡੇ ਗਏ। ਠੀਕ ਹੀ ਸੁਲ੍ਹਾ ਦੀਆਂ ਸ਼ਰਤਾਂ ਵਿੱਚ ਨਿੱਜੀ ਜਾਇਦਾਦ ਦਾ ਜ਼ਿਕਰ ਤੱਕ ਨਹੀਂ ਸੀ, ਜਿਸ ਨੂੰ ਟਾਈਮਜ਼ ਦਾ ਲਿਖਾਰੀ ਮੰਨਦਾ। ਸੋ ਜਾਤੀ ਜਾਇਦਾਦ ਬਿਲਕੁਲ ਜ਼ਬਤ ਨਹੀਂ ਕੀਤੀ ਗਈ। ਹਰ ਕਿਸਮ ਦੀ ਰਾਜਸੀ ਜਾਇਦਾਦ ਦੂਜੀ ਸ਼ਰਤ ਅਨੁਸਾਰ ਜ਼ਬਤ ਹੋ ਗਈ। ਤੀਜੀ ਸ਼ਰਤ ਅਨੁਸਾਰ ਮਹਾਰਾਜੇ ਨੇ ਆਪਣੇ ਵੱਲੋਂ ਕੋਹਿਨੂਰ ਦਾ ਹੀਰਾ ਇੰਗਲੈਂਡ ਦੀ ਮਲਕਾ ਨੂੰ ਦੇ ਦਿੱਤਾ। ਇਹ ਜ਼ਬਤ ਨਹੀਂ ਕੀਤਾ ਗਿਆ। ਜੇ ਹੀਰਾ ਰਾਜਸੀ ਜਾਇਦਾਦ ਹੁੰਦਾ ਤਾਂ ਦੂਜੀ ਸ਼ਰਤ ਅਨੁਸਾਰ ਹੀ ਜ਼ਬਤ ਹੋ ਜਾਂਦਾ। 1949 ਵਿੱਚ ਮਹਾਰਾਜਾ ਦਲੀਪ ਸਿੰਘ ਦੇ ਕਬਜ਼ੇ ਵਿੱਚ ਕੋਹਿਨੂਰ ਤੋਂ ਬਿਨਾਂ ਹੋਰ ਬਹੁਤ ਸਾਰੇ ਹੀਰੇ ਸਨ ਜੋ ਉਸ ਤੋਂ ਖੋਹ ਲਏ ਸਨ। ਜਵਾਹਰਾਤ ਘਰ ਵਿੱਚ ਜੋ ਵੀ ਹੀਰੇ ਸਨ ਉਹ ਰਾਜ ਦੀ ਮਾਲਕੀ ਨਹੀਂ ਸੀ। ਜੇ ਰਾਜਸੀ ਤਾਕਤ ਜਾਇਦਾਦ ਹੁੰਦੇ ਤਾਂ ਇੱਕ ਕੋਹਿਨੂਰ ਦੂਜੀ ਸ਼ਰਤ ਅਨੁਸਾਰ ਜ਼ਬਤ ਹੋ ਜਾਂਦੀ। ਮਹਾਰਾਜੇ ਨੇ ਉਹ ਹੀਰੇ ਆਪ ਸਰਕਾਰ ਦੇ ਹਵਾਲੇ ਨਹੀਂ ਕੀਤੇ, ਸਗੋਂ ਸਰਕਾਰ ਨੇ ਹਿੰਦ ਦੇ ਬਲ ਨਾਲ ਕਾਬੂ ਕੀਤੇ ਸੀ। ਇਹ ਗੱਲ ਹੋ ਰਹੀ ਹੈ 1849 ਦੇ ਟਾਈਮ ਦੀ। ਜੇ ਕੋਹਿਨੂਰ ਲੈਣ ਵੇਲੇ ਮਹਾਰਾਜੇ ਦੀ ਜਾਤੀ ਰਜ਼ਾਮੰਦੀ ਜ਼ਰੂਰ ਹੁੰਦੀ ਤਾਂ ਬਾਕੀ ਹੀਰੇ ਜਾਇਦਾਦ ਲੈਣ ਵੇਲੇ ਵੀ ਉਸਦੀ ਆਗਿਆ ਜ਼ਰੂਰੀ ਸੀ, ਪਰ ਕੋਈ ਅਜਿਹੀ ਰਜ਼ਾਮੰਦੀ ਦੀ ਆਗਿਆ ਨਹੀਂ ਦਿੱਤੀ ਗਈ। ਇਸ ਵਾਸਤੇ ਲਾਡ ਡਲਹੌਜੀ ਦਾ ਮਹਾਰਾਜੇ ਦੀ ਜਾਤੀ ਜਾਇਦਾਦ 'ਤੇ ਕਬਜ਼ਾ ਕਰ ਲੈਣਾ ਬਿਲਕੁਲ ਗਲਤ ਤੇ ਨਾਜਾਇਜ਼ ਸੀ। ਜਵਾਹਰਾਤ ਘਰ ਵਿਚਲਾ ਮਾਲ ਮਹਾਰਾਜੇ ਦੀ ਜਾਤੀ ਜਾਇਦਾਦ ਸੀ, ਰਾਜਸੀ ਨਹੀਂ ਸੀ। ਇਸ ਦਾ ਹੋਰ ਸਬੂਤ ਇਹ ਹੈ ਕਿ ਉਸਦੀ ਵੰਡ ਵੰਡਾਈ ਵੇਲੇ ਲਾਡ ਡਲਹੌਜੀ ਨੇ ਮਹਾਰਾਜੇ ਨੂੰ ਮਨਮਰਜ਼ੀ ਅਨੁਸਾਰ ਮਹਿਲ ਦੇ ਹੀਰਿਆਂ ਵਿੱਚੋਂ 12ਵਾਂ ਹਿੱਸਾ, ਜਿਸ ਦਾ ਮੁੱਲ 2 ਲੱਖ ਰੁਪਏ ਸੀ, ਆਪਣੀਆਂ ਨਿੱਜੀ ਲੋੜਾਂ ਵਾਸਤੇ ਰੱਖਣ ਦੀ ਆਗਿਆ ਦਿੱਤੀ ਸੀ। ਠੀਕ ਜਾਣੋ, ਇਹ ਹੀਰੇ ਮਹਾਰਾਜੇ ਨੂੰ ਭੇਟਾ ਵਜੋਂ ਨਹੀਂ ਦਿੱਤੇ ਗਏ। ਸਧਾਰਨ ਤੌਰ 'ਤੇ ਇਹ ਉਹਦੇ ਕਬਜ਼ੇ ਵਿੱਚ ਰਹਿਣ ਦਿੱਤੇ ਗਏ ਸਨ। ਉਹਨਾਂ ਬਾਕੀ ਹੀਰਿਆਂ ਦਾ ਕੀ ਬਣਿਆ ਜੋ ਉਸਦੇ ਕਬਜ਼ੇ ਵਿੱਚੋਂ ਲੈ ਲਏ ਗਏ? ਮਾਲੂਮ ਹੁੰਦਾ ਕਿ ਪੰਜਾਬ ਫਤਿਹ ਕਰਨ ਵਾਲੀ ਫੌਜ ਦੇ ਇਨਾਮ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਗਏ ਹੋਣ। ਜੇ ਸੱਚ ਹੈ ਤੇ ਜਾਇਦਾਦ ਵੀ ਖੋਟੀ ਤੇ ਠੱਗੀ ਭਰੀ ਵਰਤੋਂ ਹੈ। ਹੀਰਾ ਘਰ ਵਿੱਚ ਦੀ ਦੌਲਤ ਭਾਵੇਂ ਉਸਨੂੰ ਜਾਤੀ ਤੇ ਭਾਵੇਂ ਜਨਤਾ ਦੀ ਸਮਝਿਆ ਜਾਵੇ, ਕਿਸੇ ਤਰ੍ਹਾਂ ਲੁੱਟ ਦਾ ਮਾਲ ਨਹੀਂ ਕਹੀ ਜਾ ਸਕਦੀ। ਲੁੱਟ ਦਾ ਮਾਲ ਤਾਂ ਉਹ ਹੁੰਦਾ ਜੋ ਵੈਰੀ ਕੋਲੋਂ ਲੜਾਈ ਵਿੱਚੋਂ ਖੋਹਿਆ ਜਾਵੇ, ਜਿਵੇਂ ਮੈਦਾਨ ਜੰਗ ਵਿੱਚ ਜਾਂ ਕਿਸ ਸ਼ਹਿਰ ਦੀ ਤਬਾਹੀ ਵੇਲੇ। ਲਾਹੌਰ ਸ਼ਹਿਰ ਦੇ ਨੇੜੇ ਕੋਈ ਲੜਾਈ ਨਹੀਂ ਹੋਈ। ਮਹਾਰਾਜਾ ਦਲੀਪ ਸਿੰਘ ਵੈਰੀ ਨਹੀਂ ਸੀ, ਉਹ ਸਰਕਾਰ ਬਰਤਾਨੀਆ ਦਾ ਮਿੱਤਰ ਰੱਖਿਆ ਤੀਨ ਸੀ ਤੇ ਬਗਾਵਤ ਸਮੇਂ ਉਸਨੂੰ ਇਹ ਕੁਝ ਸਮਝਦਾ ਤੇ ਕਹੀਦਾ ਸੀ। ਉਸਦਾ ਮਹਿਲ, ਉਸਦੀ ਜਾਇਦਾਦ, ਉਸਦਾ ਸਰੀਰ ਪੂਰੇ 3 ਸਾਲ ਤੱਕ ਲਾਹੌਰ ਦਾ ਅੰਗਰੇਜ਼ੀ ਰੈਜ਼ੀਡੈਂਟ ਦੇ ਅਧੀਨ ਰਿਹਾ ਤੇ 1849 ਦੀ ਸੁਲ੍ਹਾ ਤੱਕ ਇਸੇ ਤਰ੍ਹਾਂ ਹੀ ਰਿਹਾ। ਜੇ ਸਭ ਕੁਝ ਇਸੇ ਤਰ੍ਹਾਂ ਹੋਇਆ, ਸਾਫ਼ ਸਿੱਧ ਹੈ ਕਿ 1849 ਦੇ ਵਿੱਚ ਅਹਿਮਦਨਾਮੇ ਦੀਆਂ ਸ਼ਰਤਾਂ ਦੀ ਉਲਟ ਉਹਦੀ ਹੱਦੋਂ ਬਾਹਰ ਹੋ ਕੇ ਅਹਿਮਦਨਾਮਾ ਹੋਣ ਤੋਂ ਛੇਤੀ ਪਿੱਛੋਂ ਡਲਹੌਜੀ ਨੇ ਮਹਾਰਾਜਾ ਦਲੀਪ ਸਿੰਘ ਨੂੰ ਨੁਕਸਾਨ ਪਹੁੰਚਾਉਣ ਦਾ ਚਾਰਾ ਕੀਤਾ, ਸ਼ਰਤਾਂ ਅਨੁਸਾਰ, ਜਿਸ ਦਾ ਉਸਨੂੰ ਕੋਈ ਹੱਕ ਨਹੀਂ ਸੀ। ਜੇ ਸਭ ਕੁਝ ਇਸੇ ਤਰ੍ਹਾਂ ਹੋਇਆ ਤਾਂ ਉਸਦਾ ਦਰਜਾ ਭਾਵੇਂ ਕੋਈ ਵੀ ਹੋਵੇ 1849 ਦੀ ਸੁਲ੍ਹਾ ਉੱਤੇ ਸਹੀ ਪਾਉਣ ਵੇਲੇ ਉਸਦੇ ਸਲਾਹਕਾਰ ਕੁਛ ਢਿੱਲ ਕਰਨ ਤੇ ਲਾਡ ਡਲਹੌਜੀ ਦੇ ਰਹਿਮ ਉੱਤੇ ਛੱਡ ਦਿੱਤੇ ਜਾਂਦੇ। ਮਹਾਰਾਜਾ ਦਲੀਪ ਸਿੰਘ ਉਸਦੀਆਂ ਸ਼ਰਤਾਂ ਦੀ ਅਪੀਲ ਕਰਨ ਵੇਲੇ ਉਸ ਆਦਮੀ ਦੀ ਹਾਲਤ ਵਿੱਚ ਹੁੰਦਾ ਜਿਸ ਨਾਲ ਸੌਦਾ ਕੀਤਾ ਗਿਆ ਹੋਵੇ। ਸੌਦੇ ਦੇ ਵਾਜਬ ਬੱਚਤ ਵਿੱਚੋਂ ਖੋਹ ਲਈ ਗਏ। ਕਾਨੂੰਨੀ ਤੇ ਇਖਲਾਕੀ ਤੌਰ 'ਤੇ ਉਸਦੀ ਹਾਲਤ ਕਮਜ਼ੋਰ ਨਹੀਂ ਸਗੋਂ ਬਲਵਾਨ ਹੈ, ਕਿਉਂਕਿ ਸੌਦਾ ਕਰਨ ਵੇਲੇ ਉਹ ਮਹਾਰਾਜਾ ਬੱਚਾ ਤੇ ਮਾੜੀ ਧਿਰ ਸੀ। ਦੂਜੀ ਤਕੜੀ ਧਿਰ ਸੀ, ਉਸਦੀ ਸਰਪ੍ਰਸਤੀ ਤੇ ਉਸਦੀ ਮੋਦੀ ਬਣ ਰਹੀ ਸੀ। ਹੋਰ ਸੁਣ ਲਓ, ਕਰਨਲ ਮੈਲੀਸਨ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਪਾਠਕਾਂ ਨੂੰ ਯਾਦ ਆ ਜਾਵੇਗਾ ਕਿ ਲਾਹੌਰ ਦਰਬਾਰ 16 ਦਸੰਬਰ 1846
ਕੀਤੀ ਸੁਲ੍ਹਾ ਅਨੁਸਾਰ ਮਹਾਰਾਜੇ ਦੇ 16 ਸਾਲ ਤੱਕ ਸਰਕਾਰ ਅੰਗਰੇਜ਼ੀ ਨੇ ਆਪਣੇ ਖਾਸ ਅਫਸਰ ਨੂੰ ਸਿੱਖ ਰਾਜ ਦੇ ਹਰ ਮਹਿਕਮੇ ਵਿੱਚ ਹਰ ਤਰ੍ਹਾਂ ਦੇ ਅਖਤਿਆਰ ਸੌਂਪੇ ਸਨ। ਇਹ ਅਹਿਮਦਨਾਮਾ ਜਿੱਥੇ ਸਰਕਾਰ ਅੰਗਰੇਜ਼ੀ ਨੂੰ ਪੰਜਾਬ ਵਿੱਚ ਅਮਨ ਬਹਾਲ ਲਈ ਜ਼ਿੰਮੇਵਾਰ ਬਣਾਉਂਦਾ ਹੈ, ਉੱਥੇ ਮਹਾਰਾਜੇ ਦੀ ਰਖਵਾਲੀ ਤੇ ਸਰਪ੍ਰਸਤ ਬਣਾਉਂਦਾ ਹੈ। ਇਹੋ ਜਿਹੀਆਂ ਅੰਗਰੇਜ਼ੀ ਬੰਦਸ਼ਾਂ ਦੇ ਵਿਰੁੱਧ ਸਿੱਖ ਫੌਜ ਭੜਕ ਉੱਠੀ, ਜੋ ਅਸਲ ਵਿੱਚ ਵਿਦੇਸ਼ੀ ਹਕੂਮਤ ਦੇ ਵਿਰੁੱਧ ਕੌਮੀ ਅਹਿਸਾਸ ਪ੍ਰਗਟ ਕਰਨਾ ਸੀ। ਅੰਗਰੇਜ਼ੀ ਫੌਜ ਨੇ ਉਸ ਬਲਵੇ ਨੂੰ ਦਬਾ ਦਿੱਤਾ ਤੇ ਪੰਜਾਬ ਨੂੰ ਫਤਿਹ ਕੀਤਾ ਸੀ। ਤਾਂ ਸਵਾਲ ਪੈਦਾ ਹੋਇਆ, ਪੰਜਾਬ ਕਿਹਦੇ ਵਾਸਤੇ ਫਤਿਹ ਕੀਤਾ ਗਿਆ? ਸਰ ਹੈਨਰੀ ਲਾਰੈਂਸ ਦਾ ਉੱਤਰ ਬੜੇ ਸਾਫ਼ ਥੋੜ੍ਹੇ ਸ਼ਬਦਾਂ ਵਿੱਚ ਸੀ। ਕਹਿੰਦਾ ਸੀ ਕਿ ਅਸੀਂ ਉਸ ਬਾਲਕ ਮਹਾਰਾਜੇ ਵਾਸਤੇ ਪੰਜਾਬ ਫਤਿਹ ਕੀਤਾ ਜਿਸ ਦੇ ਅਸੀਂ ਸਰਪ੍ਰਸਤ ਹਾਂ। ਮਗਰ ਬਾਕੀ ਦੇ ਦਿੱਤੇ ਹੋਏ ਉੱਤਰਾਂ ਵਿੱਚੋਂ ਅੰਗਰੇਜ਼ਾਂ ਦੀ ਧੱਕੇਸ਼ਾਹੀ ਪ੍ਰਗਟ ਹੁੰਦੀ। ਇਹਨਾਂ ਉੱਤਰਾਂ ਦਾ ਲਾਰਡ ਡਲਹੌਜ਼ੀ 'ਤੇ ਬੜਾ ਅਸਰ ਹੋਇਆ ਤੇ ਉਸਨੇ ਫੈਸਲਾ ਕੀਤਾ ਕਿ ਪੰਜਾਬ ਇੰਗਲੈਂਡ ਵਾਸਤੇ ਫਤਿਹ ਕੀਤਾ ਹੈ। ਸੋ ਪੰਜਾਬ ਜ਼ਬਤ ਕਰ ਲਿਆ ਗਿਆ ਹੈ। ਜ਼ਬਤੀ ਦੇ ਵਿਰੁੱਧ ਮੈਂ ਇੱਕ ਸ਼ਬਦ ਵੀ ਕਹਿਣ ਦੀ ਦਲੇਰੀ ਨਹੀਂ ਕਰਦਾ। ਇਹ ਛੇਤੀ ਜਾਂ ਚਲਾਕੀ ਜ਼ਰੂਰੀ ਹੋਣੀ ਚਾਹੀਦੀ ਹੈ। ਇਹ ਬਹੁਤੀ ਹਿੰਦੀ ਅੰਗਰੇਜ਼ਾਂ ਦੀ ਰਾਏ ਹੈ। ਇਹ ਖੁੱਲ੍ਹੀ ਲੜਾਈ ਪਿੱਛੋਂ ਉਸ 'ਤੇ ਕਬਜ਼ਾ ਕਰਨਾ ਚੰਗਾ ਸੀ। ਇਸ ਨਾਲੋਂ ਉਸਨੂੰ ਚੋਰਾਂ ਵਾਂਗ ਚੁਰਾਇਆ ਜਾਂਦਾ, ਜੋ ਢੰਗ ਅਸੀਂ 5 ਸਾਲ ਪਹਿਲਾਂ ਅਵਧ ਨਾਲ ਵਰਤਿਆ ਸੀ। ਮਗਰ ਇਹ ਨਿਰਦੋਸ਼ ਬਾਲਕ, ਉਹ ਛੋਟੇ ਮਹਾਰਾਜਾ ਜਿਸ ਦੇ ਹੱਕਾਂ ਦੇ ਅਸੀਂ ਰਖਵਾਲੇ ਸਾਂ, ਉਹ ਦਲੀਪ ਸਿੰਘ ਵਾਸਤੇ ਉਸਦੀ ਪਦਵੀ ਦੇ ਅਨੁਸਾਰ ਸਾਨੂੰ ਉਸਦੇ ਗੁਜ਼ਾਰੇ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਸੀ। ਜੇ ਮੰਨ ਵੀ ਲਿਆ ਜਾਵੇ ਕਿ ਅਸਾਂ ਉਹਦਾ ਰਾਜ ਖੋਹ ਲੈਣ ਵਿੱਚ ਚੰਗਾ ਕੀਤਾ ਹੈ, ਤਾਂ ਉਸਦੀਆਂ ਘਰੋਗੀ ਜਾਗੀਰ ਅਸਾਂ ਕਿਹੜੇ ਨਿਆਂ ਨਾਲ ਜ਼ਬਤ ਕੀਤੀਆਂ? ਇਹ ਸਵਾਲ ਜਿਸ ਨਾਲ ਮੁਲਕ ਦੀ ਇੱਜ਼ਤ ਦਾ ਸੰਬੰਧ ਹੈ। ਉਸਦੀ ਇਹ ਮੰਗ ਸੱਚ ਸੀ ਕਿ ਰਾਜ ਖੋਹ ਲੈਣ ਤੇ ਸਦਾ ਰਹਿਣ ਵਾਲੀ ਘਰੋਗੀ ਜਾਇਦਾਦ ਜ਼ਬਤ ਕਰ ਲੈਣ ਬਦਲੇ ਇੱਕ ਅਸਥਿਰ ਜੀਵਨ ਤੱਕ ਪੈਨਸ਼ਨ ਦੇ ਦੇਣੀ ਕਾਫੀ ਹੈ। ਇਸ ਉੱਤੇ ਵਧੇਰੇ ਲਿਖਣ ਦੀ ਲੋੜ ਨਹੀਂ। ਟਾਈਮਸ ਦੇ ਲੇਖ ਤੇ ਅਜਿਹੇ ਧੜੇ ਹੋਰ ਆਦਮੀਆਂ ਨੇ ਮਹਾਰਾਜੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਾ ਛੱਡੀ। ਇਸ ਚਰਚਾ ਵਿੱਚ ਆਪਣੀ ਸਫਾਈ ਪੇਸ਼ ਕਰਨ ਲਈ ਮਹਾਰਾਜੇ ਨੇ ਇੱਕ ਅੰਗਰੇਜ਼ ਲੇਖਕ ਵੱਲੋਂ ਕਿਤਾਬ ਲਿਖਵਾਈ, ਜੋ ਜੂਨ 1884 ਵਿੱਚ ਛਪਵਾ ਕੇ ਆਪਣੇ ਮਿੱਤਰਾਂ 'ਚ ਵੰਡੀ। ਇਸ ਪੁਸਤਕ ਦਾ ਕਰਤਾ ਇਸ ਝਗੜੇ ਬਾਰੇ ਖਾਸ ਕਰਕੇ ਅਹਿਮਦਨਾਮੇ ਦੀ ਸ਼ਰਤਾਂ ਉੱਤੇ ਆਪਣੇ ਵਿਚਾਰ ਦਿੰਦਾ ਹੈ। ਉਹ ਲਿਖਦਾ ਹੈ ਕਿ ਅਹਿਮਦਨਾਮੇ ਦੀ ਪਹਿਲੀ ਸ਼ਰਤ ਰਾਜਸੀ ਅਧਿਕਾਰਾਂ ਨੂੰ ਤਿਆਗਣ ਬਾਰੇ। ਇਸ ਉੱਤੇ ਵਧੇਰੇ ਕਹਿਣ ਕਹਾਉਣ ਦੀ ਲੋੜ ਨਹੀਂ, ਸਿਵਾਏ ਇਸ ਦੇ ਤਿਆਗ ਪੱਤਰ ਵਿੱਚ ਕੇਵਲ ਮਹਾਰਾਜੇ ਦਾ ਜ਼ਿਕਰ ਨਹੀਂ, ਸਗੋਂ ਉਸ ਦੀ ਔਲਾਦ ਅਤੇ ਹੱਕਦਾਰਾਂ ਦਾ ਵੀ ਹੈ, ਜੋ ਉਸ ਦੇ ਹੱਕਾਂ ਦੇ ਹਿੱਸੇਦਾਰ ਹਨ। ਮਗਰਲੀਆਂ ਸਾਰੀਆਂ ਸ਼ਰਤਾਂ ਗੁਜ਼ਾਰੇ ਬਾਰੇ ਸਨ, ਜਿਨ੍ਹਾਂ ਦਾ ਸੰਬੰਧ ਬਣਨ ਵਾਲੇ ਵਾਰਸਾਂ ਦੇ ਹੱਕਾਂ ਦੇ ਨਾਲ ਹੈ। ਕਿਉਂਕਿ ਅਜਿਹਾ ਅਰਥ ਨਾ ਕੱਢਿਆ ਜਾਵੇ ਤਾਂ ਅਹਿਮਦਨਾਮਾ ਅਸਲ ਨਾਲੋਂ ਨਾਵਾਜਬ ਤੇ ਨਕਾਰਾ ਹੋ ਜਾਂਦਾ। ਦੂਜੀ ਸ਼ਰਤ ਸੀ ਰਾਜਸੀ ਜਾਇਦਾਦ ਦੀ, ਜਿਸ ਦਾ ਅਰਥ ਲਾਹੌਰ ਦੀ ਰਿਆਸਤ ਜਾਇਦਾਦ। ਇਸ ਦੀ ਬੋਲੀ ਬੜੀ ਸਾਫ਼ ਹੈ। ਇਹ ਬਿਲਕੁਲ ਸਪਸ਼ਟ ਹੈ ਕਿ ਇਸ ਵਿੱਚ ਮਹਾਰਾਜੇ ਦੀ ਉਹ ਜੱਦੀ ਜਾਇਦਾਦ ਸ਼ਾਮਲ ਹੈ ਜੋ ਉਸਨੇ ਆਪਣੇ ਪਿਤਾ ਤੋਂ ਵਿਰਸੇ ਵਿੱਚ ਪ੍ਰਾਪਤ ਕੀਤੀ ਸੀ, ਜਿਸ ਉੱਤੇ ਉਹ ਬਾਦਸ਼ਾਹ ਬਣਨ ਤੋਂ ਪਹਿਲਾਂ ਉਸਦਾ ਕਬਜ਼ਾ ਸੀ। ਜ਼ਬਤੀ ਦਾ ਸ਼ਬਦ ਨਹੀਂ ਵਰਤਿਆ ਜਾ ਸਕਦਾ ਜਦ ਤੱਕ ਬਾਦਸ਼ਾਹ ਉਸਦੇ ਅਧੀਨ ਹਾਕਮ ਨਾਲ ਉਸਦਾ ਸੰਬੰਧ ਨਾ ਹੋਵੇ। ਅਹਿਮਦਨਾਮੇ ਦੀਆਂ ਦੋਹਾਂ ਧਿਰਾਂ ਵਿੱਚ ਇਹ ਸੰਬੰਧ ਕਦੇ ਨਹੀਂ ਸੀ। ਪਰ ਜੇ ਫਰਜ਼ ਕਰੋ ਮੰਨ ਵੀ ਲਿਆ ਜਾਵੇ ਤਾਂ ਸਰਕਾਰ ਅੰਗਰੇਜ਼ੀ ਦਾ ਉਹ ਪਦਵੀ ਤੇ ਅਖਤਿਆਰ ਸਨ ਜੋ ਸ਼ਾਹ ਜਮਾਨ ਦੁਰਾਨੀ ਬਾਦਸ਼ਾਹ ਦੇ ਸਨ। 1799 ਵਿੱਚ ਰਣਜੀਤ ਸਿੰਘ ਨੂੰ ਲਾਹੌਰ ਦੀ ਬਾਦਸ਼ਾਹੀ ਮਿਲੀ ਸੀ ਤੇ ਸਮਝ ਲਿਆ ਜਾਵੇ ਕਿ ਸਰਕਾਰ ਅੰਗਰੇਜ਼ੀ ਮੁਗਲਾਂ ਦੇ ਤਖਤ ਦੀ ਮਾਲਕ ਬਣੀ ਸੀ, ਜਿਸ ਦੇ ਦੁਰਾਨੀ ਨੂੰ ਦੁਬਾਰਾ ਤਖਤ ਦਿੱਤਾ ਸੀ। ਤਾਂ ਵੀ ਆਗਿਆਕਾਰ ਬਾਲਕ ਮਹਾਰਾਜੇ ਦੀ ਜਾਤੀ ਜਾਇਦਾਦ ਜ਼ਬਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਉਸਨੂੰ, ਕਿਉਂਕਿ ਉਹ ਹਰ ਤਰ੍ਹਾਂ ਦੇ ਕੰਮ ਸਰਕਾਰ ਅੰਗਰੇਜ਼ੀ ਦੇ ਬੜੇ ਕਰੜੇ ਕਾਬੂ ਵਿੱਚ ਸਨ। ਇਸ ਮਾਮਲੇ ਨੂੰ ਨਜਿੱਠਣ ਲਈ ਸਰਕਾਰ ਨੂੰ ਸੱਚਮੁੱਚ ਬੜੀ ਔਕੜ ਬਣੀ, ਕਿਉਂਕਿ 1849 ਵਿੱਚ ਇਹ ਗੱਲ ਦੀ ਕੋਈ ਪੜਤਾਲ ਨਹੀਂ ਹੋਈ, ਨਾ ਹੀ ਕੋਈ ਕਾਨੂੰਨੀ ਰਾਏ ਲਈ ਗਈ ਕਿ ਰਿਆਸਤ ਦੀ ਕਿਹੜੀ ਜਾਇਦਾਦ ਸੀ ਜਿਹੜੀ ਨਹੀਂ ਸੀ। ਸ਼ਾਇਦ ਇਸ ਕਰਕੇ ਇੰਡੀਆ ਆਫਿਸ ਵੱਖਰੇ ਵੱਖਰੇ ਬਿਆਨ ਦਿੰਦਾ ਰਿਹਾ। ਕਦੇ ਉਸਨੇ ਰਾਜਸੀ ਜਾਇਦਾਦ ਦੀ ਹੋਂਦ ਮੰਨਣ ਤੋਂ ਇਨਕਾਰ ਕੀਤਾ, ਕਦੇ ਉਹ ਇਸ ਬਹਿਸ 'ਤੇ ਤੁੱਲ ਗਿਆ ਕਿ ਖੁਦ ਮੁਖਤਿਆਰ ਬਾਦਸ਼ਾਹ ਦੀ ਸਭ ਜਾਇਦਾਦ ਰਿਆਸਤ ਦੀ ਜਾਇਦਾਦ ਹੁੰਦੀ ਹੈ। ਇਹ ਬਹਿਸ ਵਿੱਚ ਇਸ ਗੱਲ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਗਿਆ ਕਿ ਸੁਤੰਤਰ ਬਾਦਸ਼ਾਹ ਦੇ ਰਾਜ ਵਿੱਚ ਪਰਜਾ ਦਾ ਬਾਦਸ਼ਾਹ ਕਿਸੇ ਜਾਇਦਾਦ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹ ਸਿਧਾਂਤ ਬਾਦਸ਼ਾਹੀ ਕਾਨੂੰਨ ਅਨੁਸਾਰ ਠੀਕ ਹੈ, ਪਰ ਅਸੀਂ ਜਾਣਦੇ ਹਾਂ ਕਿ ਪੰਜਾਬ ਸੁਤੰਤਰ ਰਾਜ ਨਹੀਂ ਸੀ। ਇਹ ਸੱਚ ਹੈ 1849 ਵਿੱਚ ਇਸ ਗੱਲ ਦੀ ਰਤਾ ਵੀ ਲੋੜ ਨਹੀਂ ਸੀ ਕਿ ਬਾਲਕ ਮਹਾਰਾਜੇ ਤੋਂ ਉਸ ਦੀ ਜੱਦੀ ਜਾਇਦਾਦ ਖੋਹ ਕੇ ਉਸ ਦੀ ਹੈਸੀਅਤ ਉਸ ਦੇ ਅਧੀਨ ਸਰਦਾਰਾਂ, ਉਸਦੇ ਨੌਕਰਾਂ ਤੇ ਉਹਦੇ ਪਰਜਿਆਂ ਤੋਂ ਵੀ ਘੱਟ ਕਰ ਦਿੱਤੀ। ਅਹਿਮਦਨਾਮੇ ਵਿੱਚ ਸਿਰਫ ਉਸ ਤੋਂ ਤਖਤ ਤੇ ਕੋਹਿਨੂਰ ਦਾ ਹੀਰੇ ਦਾ ਜ਼ਿਕਰ ਹੈ। ਮਹਾਰਾਜੇ ਦੀ ਜਾਤ ਵੱਲੋਂ ਕੋਈ ਭੁੱਲ ਜਾਂ ਗੁਨਾਹ ਨਹੀਂ ਹੋਇਆ ਸੀ, ਜਿਸ ਕਾਰਨ ਉਸਦੀ ਜਾਇਦਾਦ ਤੇ ਜਗੀਰਾਂ ਧੱਕੇ ਨਾਲ ਖੋਹ ਕੇ ਜ਼ਬਤ ਕੀਤੀਆਂ ਜਾਣ। ਤੀਜੀ ਸ਼ਰਤ ਕੋਹਿਨੂਰ ਹੀਰਾ ਮਲਕਾ ਦੀ ਭੇਟਾ ਕੀਤਾ ਗਿਆ। ਮਹਾਰਾਜਾ ਇਹ ਭੇਟਾ ਦੇਣ ਵਿੱਚ ਆਪਣੀ ਬੜੀ ਇੱਜ਼ਤ ਸਮਝਦਾ ਸੀ। ਇਸ ਦਾ ਉਸਨੂੰ ਅਫਸੋਸ ਵੀ ਹੈ ਤੇ ਉਸਨੂੰ ਦੁਬਾਰਾ ਆਪਣੇ ਕਬਜ਼ੇ ਵਿੱਚ ਲੈ ਕੇ ਬੜਾ ਖੁਸ਼ ਵੀ ਹੁੰਦਾ ਤੇ ਮਨ ਮਰਜ਼ੀ ਨਾਲ ਹੀਰਾ ਦੀ ਮਲਕਾ ਦੀ ਭੇਟਾ ਵੀ ਕਰਦਾ ਹੈ। ਮਹਾਰਾਜੇ ਦੀ ਇੱਛਾ ਹੈ ਕਿ ਕੋਹਿਨੂਰ ਹਿੰਦੁਸਤਾਨ ਵਿੱਚ ਰਾਜ ਕਰਨ ਵਾਲੀ ਤਾਕਤ ਦੀ ਮਾਲਕੀ ਹੋਵੇ।
ਖੈਰ ਸਾਡਾ ਭਾਵ ਇਸ ਫਰਕ ਨੂੰ ਵੇਖਣਾ ਹੈ ਕਿ ਸ਼ਰਤ ਵਿੱਚ ਸ਼ਬਦ ਭੇਟਾ ਵਰਤਿਆ ਗਿਆ ਹੈ, ਜਦੋਂ ਕਿ ਪਹਿਲੀਆਂ ਸ਼ਰਤਾਂ ਸ਼ਬਦ ਜ਼ਬਤੀ ਵਰਤਿਆ ਗਿਆ। ਜੇ ਕੋਹਿਨੂਰ ਰਾਜਸੀ ਤਾਕਤ ਜਾਇਦਾਦ ਹੁੰਦਾ ਤਾਂ ਜ਼ਬਤੀ ਦੀ ਸ਼ਰਤ ਵਿੱਚ ਆ ਜਾਂਦਾ। ਇਸ ਸੂਰਤ ਵਿੱਚ ਇਸ ਦੀ ਭੇਟਾ ਕੀਤੇ ਜਾਣ ਦਾ ਸਮਾਂ ਹੀ ਨਾ ਆਉਂਦਾ। ਜੇ ਹੀਰਾ ਰਾਜਸੀ ਜਾਇਦਾਦ ਨਹੀਂ ਸੀ ਤਾਂ ਸਾਫ਼ ਸਿੱਧ ਹੈ ਕਿ ਬਾਕੀ ਹੀਰੇ ਦੇ ਕੀਮਤੀ ਸਮਾਨ ਮਹਾਰਾਜੇ ਦੀ ਮਾਲਕੀ ਸਨ, ਜੋ ਬੇਅੰਤ ਲੱਖਾਂ ਰੁਪਏ ਦੇ ਸਨ, ਅਹਿਮਦਨਾਮੇ ਤੋਂ ਬਾਹਰ ਸਨ। ਇਹ ਸਮਝ ਕੇ ਡਾਕਟਰ ਡਲਹੌਜ਼ੀ ਨੇ ਆਪ ਜਦੋਂ ਮਹਾਰਾਜਾ ਫਤਿਹਗੜ੍ਹ ਸੀ ਇੱਕ ਕੀਮਤੀ ਸਜੋ ਮਹਾਰਾਜੇ ਵਿੱਚ ਇੰਗਲੈਂਡ ਦੇ ਸ਼ਹਿਜ਼ਾਦੇ ਨੂੰ ਭੇਟਾ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ ਤੇ ਡਾਕਟਰ ਲਾਗਰ ਨੂੰ ਲਿਖਿਆ ਸੀ ਕਿ ਉਹ ਆਪਣੇ ਸ਼ਾਗਿਰਦ ਨੂੰ ਦੱਸੇ ਕਿ ਡਲਹੌਜ਼ੀ ਨੇ ਇਹ ਕੁਛ ਕੀਤਾ ਹੈ। ਮਹਾਰਾਜਾ ਖੁਸ਼ ਸੀ। ਉਹ ਆਪ ਪ੍ਰਿੰਸ ਆਫ ਵੇਲਜ਼ ਦੀ ਕੁਛ ਭੇਟਾ ਕਰਨ ਦੀ ਸਮਰੱਥਾ ਰੱਖਦਾ ਸੀ ਤੇ ਇਹ ਘਟਨਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਬਾਕੀ ਜਵਾਹਰਾਤ ਜੋ ਗੌਰਮੈਂਟ ਨੇ ਕਬਜ਼ੇ ਵਿੱਚ ਲਏ ਸਨ ਉਸ 'ਤੇ ਮਹਾਰਾਜੇ ਦਾ ਹੱਕ ਸੀ ਤੇ ਉਹਨਾਂ ਉਸ ਨੂੰ ਵਾਪਸ ਲੈ ਸਕਦਾ ਸੀ ਜੋ ਵੇਚ ਦਿੱਤੇ ਗਏ ਸਨ ਤੇ ਉਹਨਾਂ ਦਾ ਮੁੱਲ ਦਿੱਤਾ ਜਾਵੇਗਾ। ਮਹਾਰਾਜੇ ਕੋਲ ਇੱਕ ਜਰਮਨ ਮੁਸ਼ਵਰ ਵੀ ਬਣਾਈ ਗਈ, ਮਹਾਰਾਜਾ ਸ਼ੇਰ ਸਿੰਘ ਦੀ ਤਸਵੀਰ, ਜੋ ਮਹਾਰਾਜਾ ਸ਼ੇਰ ਸਿੰਘ ਦੀ ਜ਼ਿੰਦਗੀ ਵਿੱਚ ਬਣੀ ਹੋਈ ਸੀ। ਮਹਾਰਾਜਾ ਬਾਦਸ਼ਾਹੀ ਤਖਤ ਉੱਤੇ ਸੁਸ਼ੋਭਿਤ ਹੈ ਤੇ ਆਪਣੇ ਸਭ ਜਵਾਹਰਤ ਨਾਲ ਸਜਿਆ ਹੋਇਆ। ਬਾਕੀ ਹੀਰਿਆਂ ਵਿੱਚੋਂ ਕੋਹਿਨੂਰ ਸੱਜੇ ਡੋਲੇ ਉੱਤੇ ਬੱਧਾ ਹੋਇਆ ਸੀ। ਗਲ ਵਿੱਚ ਸੁੱਚੇ ਮੋਤੀ ਦੀ ਮਾਲਾ ਸੀ, ਤੁੰਨੀ ਤੱਕ ਕੱਪੜੀ ਸੀ। ਗਲ ਕੋਲ 3 ਵੱਡੇ ਲਾਲ ਦਿਸਦੇ ਸਨ। ਕੋਈ ਵੱਡੇ ਹੀਰੇ ਮੋਤੀ ਉਸਦੀ ਪਗੜੀ ਤੇ ਡੋਲਿਆਂ ਤੇ ਲਟਕ ਰਹੇ ਸਨ। ਹੀਰਿਆਂ ਜਿਹੜੀ ਇੱਕ ਤਲਵਾਰ ਉਹਦੇ ਹੱਥ ਵਿੱਚ ਹੈ, ਇੱਕ ਹੋਰ ਉਹੋ ਜਿਹੀ ਗਾਤਰੇ ਵਿੱਚ ਹੈ, ਬੇਗਿਣਤ ਜੇਵਰ। ਡਲਹੌਜ਼ੀ ਨੇ ਥੋੜ੍ਹੇ ਜਿਹੇ ਗਹਿਣੇ ਮਹਾਰਾਜੇ ਦੇ ਪਹਿਨਣ ਵਾਸਤੇ ਫਤਿਹਗੜ੍ਹ ਲਿਜਾਣ ਦੀ ਆਗਿਆ ਦਿੱਤੀ। ਮਹਾਰਾਜੇ ਦੇ ਬਾਕੀ ਦੇ ਹੀਰੇ ਗਵਰਨਰ ਜਨਰਲ ਨੇ ਆਪਣੇ ਕਬਜ਼ੇ ਵਿੱਚ ਰੱਖ ਲਏ। ਇਸ ਗੱਲ 'ਤੇ ਯਕੀਨ ਕੀਤਾ ਜਾਂਦਾ ਕਿ ਉਸਨੇ ਉਹ ਸਾਰੇ ਵੇਚ ਦਿੱਤੇ ਤੇ ਫਿਰ ਉਹਨਾਂ ਦਾ ਕਦੇ ਵੀ ਕੋਈ ਹਿਸਾਬ ਨਹੀਂ ਦਿੱਤਾ। ਇਹ ਸੱਜਣ ਇੱਕ ਥਾਂ ਹੋਰ ਲਿਖਦਾ ਹੈ ਕਿ ਜੇ ਅਸਲ ਵਿੱਚ ਅਹਿਮਦਨਾਮੇ ਪਿੱਛੋਂ ਮਹਾਰਾਜੇ ਦੇ ਉਸ ਦੇ ਆਉਣ ਵਾਲੇ ਹੱਕਦਾਰਾਂ ਨੂੰ ਸਿਰਫ ਸਰਕਾਰ ਅੰਗਰੇਜ਼ੀ ਦੇ ਰਹਿਮ ਉੱਤੇ ਛੱਡ ਦੇਣ ਦਾ ਇਰਾਦਾ ਸੀ, ਜੋ ਗੌਰਮੈਂਟ ਵਿੱਚ ਉਸਦੀ ਜਾਤੀ ਘਰੋਗੀ ਜਾਇਦਾਦ ਹਜਮ ਕਰਕੇ ਉਸਦੀ ਆਜ਼ਾਦੀ ਨੂੰ ਖੋਹਣਾ ਚਾਹੁੰਦੀ ਸੀ, ਤਾਂ ਉਸਨੂੰ ਅਹਿਮਦਨਾਮੇ ਉੱਤੇ ਦਸਤਖਤ ਕਰਨ ਵਾਸਤੇ ਕਿਹਾ ਹੀ ਕਿਉਂ ਗਿਆ ਸੀ। ਮਹਾਰਾਜੇ ਤੇ ਉਸਦਾ ਸਭ ਕੁਝ ਸਰਕਾਰ ਅੰਗਰੇਜ਼ੀ ਦੇ ਕਾਬੂ ਵਿੱਚ ਸਨ, ਜੋ ਦੋਹਾਂ ਨੂੰ ਜਿਵੇਂ ਚਾਹੁੰਦੀ ਸੀ ਬਿੱਲੇ ਲਾ ਸਕਦੀ ਸੀ। ਅਸੀਂ ਖਿਆਲ ਨਹੀਂ ਕਰ ਸਕਦੇ ਕਿ ਇੰਡੀਆ ਆਫਿਸ ਨੇ ਉਹਦੇ ਅਹਿਮਦਨਾਮੇ ਦੀ ਬੋਲੀ ਦੇ ਅਰਥਾਂ ਨੂੰ ਠੀਕ ਸਮਝਿਆ, ਪਰ ਅਸੀਂ ਬਿਨਾਂ ਕਿਸੇ ਡਰ ਕਹਿ ਸਕਦੇ ਹਾਂ ਕਿ ਅਹਿਮਦਨਾਮੇ ਦਾ ਠੀਕ ਉਹ ਅਰਥ ਹੈ ਜੋ ਚਾਰਲਸ ਵੁੱਡ ਨੇ ਆਪਣੇ ਆਪ ਬਿਆਨ ਕੀਤਾ ਸੀ। ਤੇ ਉਹ ਅਹਿਮਦਨਾਮਾ ਇੱਕ ਇਹੋ ਜਿਹਾ ਲਿਖਤ ਸੀ ਜਿਸ ਤੋਂ ਹਰ ਇਮਾਨਦਾਰ ਆਦਮੀ ਦੇ ਦਿਲ ਵਿੱਚ ਗੁੱਸਾ ਤੇ ਘਿਰਨਾ ਪੈਦਾ ਹੋਣਾ ਚਾਹੀਦਾ। ਅੱਗੇ ਚੱਲ ਕੇ ਸੱਜਣ ਬੜੀਆਂ ਖਰੀਆਂ ਗੱਲਾਂ ਦੱਸਦਾ ਹੈ ਤੇ ਅੰਗਰੇਜ਼ਾਂ ਨੂੰ ਸੰਬੋਧਨ ਵੀ ਕਰਦਾ ਹੈ ਕਿ ਸਾਨੂੰ ਪੰਜਾਬ ਦੀ ਲੋੜ ਸੀ, ਕਿਉਂਕਿ ਹਿੰਦੁਸਤਾਨ ਦੀ ਉੱਤਰ ਪੱਛਮੀ ਹੱਦ ਦੀ ਰਾਖੀ ਕਰਨ ਵਾਸਤੇ ਸਾਨੂੰ ਇਸ ਦੀ ਲੋੜ ਸੀ। ਸਾਨੂੰ ਇਸ ਦੇ ਵਾਸੀਆਂ ਦੀ ਲੋੜ ਸੀ, ਕਿਉਂਕਿ ਅਸੀਂ ਉਹਨਾਂ ਨੂੰ ਸਿਪਾਹੀ ਤੇ ਪਰਜਾ ਬਣਾਉਣਾ ਚਾਹੁੰਦੇ ਸਨ। ਇਸ ਦਾ ਮਾਮਲਾ ਵੀ ਸਾਡੇ ਖਜ਼ਾਨੇ ਵਾਸਤੇ ਘੱਟ ਲਾਭਵੰਦ ਨਹੀਂ ਸੀ। ਜੋ ਕੁਝ ਸਾਨੂੰ ਚਾਹੀਦਾ ਸੀ ਸੋ ਮਿਲ ਗਿਆ ਸੀ। ਸਿਪਾਹੀ ਬੜੇ ਬਹਾਦਰ ਸਨ, ਹਰ ਔਂਕੜ ਸਮੇਂ ਸਾਡੀ ਰੱਖਿਆ ਕੀਤੀ। ਲੋਕ ਬੜੇ ਆਗਿਆਕਾਰ ਸਨ, ਉਹਨਾਂ ਸਾਡੀ ਬਾਦਸ਼ਾਹੀ ਨੂੰ ਵੀ ਪੱਕਾ ਕੀਤਾ। ਮਾਮਲਾ ਸਾਨੂੰ ਆਸ ਨਾਲੋਂ ਵੱਧ ਵਸੂਲ ਹੋਇਆ, ਜਿਸ ਦੀ ਬੱਚਤ ਹਰ ਸਾਲ ਸਾਡੇ ਦੂਜੇ ਇਲਾਕਿਆਂ ਵਿੱਚ ਖਰਚ ਹੁੰਦੀ ਰਹੀ। ਸਾਨੂੰ ਮਹਾਰਾਜੇ ਦੀ ਲੋੜ ਨਹੀਂ ਸੀ, ਅਸੀਂ ਉਹਦਾ ਕੀ ਕਰਨਾ ਸੀ। ਅਸੀਂ ਉਸ ਨੂੰ ਹਿੰਦੁਸਤਾਨ ਵਿੱਚ ਨਹੀਂ ਚਾਹੁੰਦੇ ਸਾਂ, ਅਸੀਂ ਉਸ ਨੂੰ ਇੰਗਲੈਂਡ ਵਿੱਚ ਨਹੀਂ ਚਾਹੁੰਦੇ ਸਾਂ। ਜੇ ਉਹ ਸਾਡਾ ਵੈਰੀ ਵੀ ਹੁੰਦਾ, ਜੇ ਉਸਨੇ ਸਾਡੀ ਤਾਕਤ ਦੇ ਵਿਰੁੱਧ ਬਗਾਵਤ ਵੀ ਕੀਤੀ ਹੁੰਦੀ ਤਾਂ ਅਸੀਂ ਉਸ ਨੂੰ ਜਾਨੋਂ ਮਾਰ ਦਿੰਦੇ, ਪਰ ਉਹ ਸਾਡਾ ਰੱਖਿਆਧੀਨ ਸੀ। ਗਵਰਨਰ ਜਨਰਲ ਦੇ ਐਲਾਨ ਅਨੁਸਾਰ ਸਰਕਾਰ ਅੰਗਰੇਜ਼ੀ ਮਹਾਰਾਜਾ ਦੀ ਰਖਵਾਲੀ ਦੇ ਫਰਜ਼ ਪੂਰੇ ਕਰਨ ਲਈ ਜ਼ਿੰਮੇਵਾਰ ਸੀ। ਸਰਪ੍ਰਸਤੀ ਵਿੱਚ ਇੱਕ ਪਵਿੱਤਰ ਧਰਮ ਹੈ। ਇਸ ਦਾ ਅਰਥ ਹੈ ਵਿੱਦਿਆ ਦੇਣਾ, ਸਜ਼ਾ ਨਹੀਂ। ਇਸ ਦਾ ਅਰਥ ਹੈ ਜੀਵਨ ਤੇ ਜਾਇਦਾਦ ਦੀ ਰਾਖੀ ਕਰਨਾ। ਇਸ ਦਾ ਅਰਥ ਹੈ ਆਪਣੇ ਰੱਖਿਆਧੀਨ ਦੀਆਂ ਧਾਰਮਿਕ ਤੇ ਦੁਨਿਆਵੀ ਲੋੜਾਂ ਨੂੰ ਸਮਝਣਾ, ਆਪਣੇ ਰੱਖਿਆਧੀਨ ਦੇ ਹੱਕਾਂ ਤੇ ਲਾਭਾਂ ਦਾ ਧਿਆਨ ਰੱਖਣਾ ਤੇ ਸੰਭਾਲਣਾ। ਜਦੋਂ ਇਸ ਦੇ ਹੱਕ ਤੇ ਲਾਭ ਸਰਪ੍ਰਸਤ ਦੇ ਲਾਭ ਨਾਲ ਟੱਕਰ ਖਾਣ ਤਾਂ ਇਹ ਮਾਮਲੇ ਦਾ ਠੀਕ ਫੈਸਲਾ ਨਹੀਂ ਹੁੰਦਾ। ਉਸ ਨੂੰ ਫੈਸਲਾ ਕਰਨ ਦਾ ਹੱਕ ਹੁੰਦਾ ਹੈ, ਸਗੋਂ ਆਮ ਹਾਲਤ ਵਿੱਚ ਉਸ ਨੂੰ ਅਜਿਹਾ ਮਾਮਲਾ ਕਿਸੇ ਤਰਫੈਣ ਅਦਾਲਤ ਵਿੱਚ ਫੈਸਲੇ ਵਾਸਤੇ ਪੇਸ਼ ਕਰਨਾ ਪੈਂਦਾ ਹੈ। ਸਰਕਾਰ ਅੰਗਰੇਜ਼ੀ ਤੇ ਮਹਾਰਾਜੇ ਵਿੱਚ ਝਗੜਾ ਕਿਸ ਕਿਸਮ ਦਾ ਹੈ? ਇਹ ਜ਼ਰੂਰ ਸਮਝਿਆ ਗਿਆ ਕਿ ਉਸ ਦਾ ਰਾਜ ਜ਼ਬਤ ਕਰ ਲਿਆ ਗਿਆ, ਪਰ ਇਨਸਾਫ ਜਾਂ ਧਰਮ ਨਹੀਂ ਸੀ। ਸਮੇਂ ਦੇ ਹਾਲਾਤ ਅਨੁਸਾਰ ਮਹਾਰਾਜੇ ਦੇ ਜਾਤੀ ਤੇ ਘਰੋਗੀ ਜਾਇਦਾਦ ਦੀ ਸੰਭਾਲ ਰੱਖਣੀ, ਉਸ ਦੇ ਜਵਾਨ ਹੋਣ ਤੱਕ ਜਿਉਂ ਦੀ ਤਿਉਂ ਉਸ ਦੇ ਹਵਾਲੇ ਕਰਨੀ ਮੁਲਕ ਦੇ ਨਵੇਂ ਹਕਮਾਂ ਦਾ ਵਾਜਬ ਫਰਜ਼ ਸੀ। ਭਾਵੇਂ ਉਹ ਮਹਾਰਾਜੇ ਦੀ ਜਾਤ ਤੇ ਸਰਪ੍ਰਸਤ ਵੀ ਨਾ ਵੀ ਹੁੰਦੇ, ਪਰ ਇਹ ਜਾਗੀਰਾਂ ਤੇ ਜਾਇਦਾਦ ਸਭ ਕੁਝ ਹਜ਼ਮ ਕਰ ਲਿਆ ਤੇ ਗੌਰਮੈਂਟ ਨੇ ਕਿਸੇ ਆਦਮੀ ਕੋਲ ਕੋਈ ਸਵਾਲ, ਇਤਰਾਜ਼, ਝਿਜਕ ਪ੍ਰਗਟ ਨਾ ਕੀਤੀ। ਹਾਲਾਂਕਿ ਪੰਜਾਬ ਦੀ ਨਵੀਂ ਹਕੂਮਤ ਵਿੱਚ ਸਮੇਂ-ਸਮੇਂ ਸਿਰ ਲਾਇਕ ਤੇ ਜ਼ਿੰਮੇਵਾਰ ਹਾਕਮ ਵੀ ਹੁੰਦੇ ਰਹੇ। ਇਸ ਸਭ ਕਾਸੇ ਨਾਲ ਲੁੱਟ ਦਾ ਮਾਲ ਵਾਲੂ ਵਰਤਾਓ ਕੀਤਾ। ਅਸੀਂ ਜਾਣਦੇ ਹਾਂ ਇਹਨਾਂ ਜਾਗੀਰਾਂ ਦਾ ਅਹਿਮਦਨਾਮੇ ਨਾਲ ਕੋਈ ਵਾਸਤਾ ਨਹੀਂ, ਪਰ ਅਹਿਮਦਨਾਮੇ ਦੀਆਂ ਸ਼ਰਤਾਂ
ਪੂਰੀਆਂ ਕਰਨ ਵਿੱਚ ਅਸੀਂ ਮਹਾਰਾਜੇ ਨਾਲ ਕਿਹੋ ਜਿਹਾ ਵਰਤਾਓ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।